ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਆਪ ਜੀ ਨੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ। ਆਪ ਜੀ ਨੂੰ ਪਤਾ ਹੈ ਕਿ ਆਪਾਂ ਸ਼ੁੱਕਰਵਾਰ ਵਾਲੇ ਦਿਨ ਭਗਤ ਫਰੀਦ ਸਾਹਿਬ ਜੀ ਦੇ ਸ਼ਲੋਕ ਸਮਝ ਰਹੇ ਹਾਂ। ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਸ਼ਲੋਕ ਨੰਬਰ 100 ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਜ ਦੇ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ ਜੋ ਬੀਤੇ ਦਿਨੀ 4 ਜੁਲਾਈ ਦਾ ਦਿਨ ਬੀਤਿਆ, ਇਸ ਦਿਨ ਨੂੰ ਸੁਤੰਤਰਤਾ ਦਿਵਸ ਆਖਿਆ ਜਾਂਦਾ ਹੈ, ਜਿਸ ਨੂੰ ਆਪਾਂ ਆਜ਼ਾਦੀ ਦਾ ਦਿਨ ਵੀ ਆਖ ਸਕਦੇ ਹਾਂ। ਹਿਸਟਰੀ ਇਹ ਗੱਲ ਦੱਸਦੀ ਏ ਕਿ 4 ਜੁਲਾਈ 1776 ਨੂੰ ਇੱਥੇ 13 ਕਲੋਨੀ ਸਨ ਜੋ ਬ੍ਰਿਟੇਨ ਦੇ ਰਾਜਾ ਕਿੰਗ ਜਾਰਜ ਤੀਸਰੇ ਦੇ ਅਧੀਨ ਸਨ, ਜਿਸ ਤੋਂ ਇਹਨਾਂ 13 ਕਲੋਨੀਜ਼ ਨੂੰ ਆਜ਼ਾਦੀ ਮਿਲੀ ਸੀ। ਸਹਿਜੇ ਉਹ 13 ਤੋਂ ਇਹ ਹੁਣ 50 ਸਟੇਟਸ ਬਣ ਗਈਆਂ, ਜਿਨ੍ਹਾਂ ਨੂੰ ਆਪਾਂ USA ਆਖਦੇ ਹਾਂ। ਮੈਂ ਥੋੜ੍ਹੀ ਜਿਹੀ ਆਜ਼ਾਦੀ ਦੀ ਗੱਲ ਕਰਨਾ ਚਾਹੁੰਦਾ ਹਾਂ। ਸਿਆਣੇ ਵਿਦਵਾਨ ਲੋਕ ਇਹ ਗੱਲ ਆਖਦੇ ਨੇ ਕਿ ਆਜ਼ਾਦੀ ਹਰ ਜੀਵ ਦਾ, ਕੇਵਲ ਮਨੁੱਖ ਜਾਤੀ ਦਾ ਨਹੀਂ, ਸਗੋਂ ਹਰ ਜੀਵ, ਚਾਹੇ ਉਹ ਪਸ਼ੂ ਨੇ, ਚਾਹੇ ਉਹ ਪੰਛੀ ਨੇ, ਤੇ ਚਾਹੇ ਮਨੁੱਖ ਜਾਤੀ ਏ, ਸਭਨਾਂ ਦਾ ਜਨਮ ਸਿੱਧ ਅਧਿਕਾਰ ਹੈ ਆਜ਼ਾਦੀ ਦਾ ਆਨੰਦ ਮਾਣਨਾ। ਲੇਕਿਨ ਮਾੜੀ ਕਿਸਮਤ ਨਾਲ ਇਸ ਦੁਨੀਆ ਦੇ ਅੰਦਰ ਜਿਹੜੇ ਤਕੜੇ ਲੋਕ ਹੁੰਦੇ ਨੇ, ਉਹ ਮਾੜਿਆਂ ਨੂੰ ਗੁਲਾਮ ਬਣਾ ਕੇ ਰੱਖਣਾ ਜ਼ਿਆਦਾ ਪਸੰਦ ਕਰਦੇ ਨੇ। ਗੁਲਾਮੀ 2 ਤਰ੍ਹਾਂ ਦੀ ਹੁੰਦੀ ਏ। ਇੱਕ ਗੁਲਾਮੀ ਹੈ ਸਰੀਰਕ ਤੇ ਇੱਕ ਗੁਲਾਮੀ ਹੈ ਮਾਨਸਿਕ। ਗੁਲਾਮੀ ਕਿਸੇ ਤਰ੍ਹਾਂ ਦੀ ਵੀ ਹੋਵੇ, ਉਹ ਮਾੜੀ ਹੀ ਹੁੰਦੀ ਏ। ਇਹ ਬਹੁਤ ਵੱਡਾ ਖੁੱਲ੍ਹਾ ਆਕਾਸ਼ ਹੈ ਸਾਡੇ ਸਿਰ ਉੱਤੇ। ਹਰ ਜੀਵ ਨੂੰ ਪਰਮੇਸ਼ਵਰ ਵੱਲੋਂ ਹੱਕ ਏ ਕਿ ਉਹ ਇਸ ਖੁੱਲ੍ਹੇ ਖਲਾਅ ਦੇ ਅੰਦਰ ਜਿੱਥੋਂ ਤੱਕ ਉਡਾਰੀ ਭਰਨਾ ਚਾਹੇ ਉਹ ਭਰ ਸਕੇ, ਉਸ ਨੂੰ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਗੁਰੂ ਸਾਹਿਬਾਨ ਦਾ ਜੀਵਨ ਪੜ੍ਹ ਕੇ ਵੇਖੋ ਤੇ ਉਹਨਾਂ ਦੇ ਜੀਵਨ ਵਿੱਚ ਸਭ ਤੋਂ ਵੱਡਾ ਸੰਘਰਸ਼ ਜਿਹੜਾ ਸੀ, ਉਹ ਕੇਵਲ ਇਹੋ ਹੀ ਸੀ ਕਿ ਮਨੁੱਖ ਆਜ਼ਾਦ ਹੋਣਾ ਚਾਹੀਦਾ ਹੈ। ਕਿਸੇ ਪ੍ਰਕਾਰ ਦੀ ਵੀ ਗੁਲਾਮੀ ਮਨੁੱਖ ਦੇ ਸਿਰ ਤੇ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਆਪਣੀਆਂ ਕੁਰਬਾਨੀਆਂ ਯਾਨੀ ਸ਼ਹਾਦਤਾਂ ਦਿੱਤੀਆਂ। ਆਪਣਿਆਂ ਸਿੱਖਾਂ ਦੀਆਂ ਸ਼ਹਾਦਤਾਂ, ਉਹਨਾਂ ਦੇ ਬੱਚਿਆਂ ਜਾਂ ਪਰਿਵਾਰਾਂ ਦੀਆਂ ਸ਼ਹਾਦਤਾਂ ਹੋਈਆਂ, ਸਿਰਫ ਇਸ ਵਾਸਤੇ ਕਿ ਮਨੁੱਖ ਨੂੰ ਆਜ਼ਾਦੀ ਚਾਹੀਦੀ ਏ, ਮਨੁੱਖ ਨੂੰ ਗੁਲਾਮ ਬਣਾ ਕੇ ਨਾ ਰੱਖਿਆ ਜਾਏ। ਆਪਾਂ ਇਸ ਮੁਲਕ ਵਿੱਚ ਆਏ ਹਾਂ, ਭਾਵੇਂ ਸਾਡੇ ਆਉਣ ਦੇ ਕਾਰਨ ਜਾਂ ਪ੍ਰਯੋਜਨ ਵੱਖਰੇ ਵੱਖਰੇ ਹੋ ਸਕਦੇ ਨੇ,
ਪਰ ਇੱਥੇ ਆ ਕੇ ਇੱਕ ਚੀਜ਼ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ ਤੇ ਮਿਲੀ ਏ, ਉਹ ਹੈ ਆਜ਼ਾਦੀ। ਪੈਸੇ ਕਿਸੇ ਨੂੰ ਘੱਟ ਬਣੇ ਹੋਣਗੇ, ਕਿਸੇ ਨੂੰ ਵੱਧ ਬਣੇ ਹੋਣਗੇ, ਕਿਸੇ ਨੂੰ ਸੁੱਖ ਸਹੂਲਤਾਂ ਜ਼ਿਆਦੀਆਂ ਮਿਲੀਆਂ ਹੋਣਗੀਆਂ, ਕਿਸੇ ਨੂੰ ਘੱਟ ਮਿਲੀਆਂ ਹੋਣਗੀਆਂ, ਪਰ ਜੇ ਕੋਈ ਸਾਰਿਆਂ ਨੂੰ ਸਾਂਝੀ ਇੱਕੋ ਜਿਹੀ ਚੀਜ਼ ਮਿਲੀ ਏ ਤੇ ਉਹ ਹੈ ਆਜ਼ਾਦੀ। ਇੱਥੇ ਹਰ ਮਨੁੱਖ ਧਾਰਮਿਕ ਪਹਿਲੂ ਤੋਂ ਆਜ਼ਾਦ ਏ। ਉਹ ਕਿਸੇ ਧਰਮ ਨੂੰ ਮੰਨੇ, ਕੋਈ ਰੁਕਾਵਟ ਨਹੀਂ। ਉਹ ਕਿਸੇ ਪੀਰ ਫਕੀਰ ਦੀ ਪੂਜਾ ਕਰੇ, ਕੋਈ ਰੁਕਾਵਟ ਨਹੀਂ। ਬੋਲਣ ਦੀ ਆਜ਼ਾਦੀ, ਕੰਮ ਕਰਨ ਦੀ ਆਜ਼ਾਦੀ, ਹਰ ਤਰ੍ਹਾਂ ਦੀ ਆਜ਼ਾਦੀ ਸਾਨੂੰ ਮਿਲੀ ਤੇ ਅਸੀਂ ਉਸ ਆਜ਼ਾਦੀ ਦਾ ਇੱਥੇ ਆਨੰਦ ਮਾਣਦੇ ਹਾਂ। ਮੈਂ ਆਖਣਾ ਇਹ ਚਾਹਾਂਗਾ ਦੁਨੀਆ ਦੇ ਲੋਕਾਂ ਨੂੰ ਕਿ ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਕਿਸੇ ਨੂੰ ਆਪਣਾ ਗੁਲਾਮ ਬਣਾ ਕੇ ਰੱਖੇ। ਜਿਵੇਂ ਅੱਜ ਰਸ਼ੀਆ ਤੇ ਯੂਕਰੇਨ ਵਿੱਚ ਹੋ ਰਿਹਾ, ਆਪਾਂ ਸਭਨਾਂ ਨੂੰ ਪਤਾ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਕੌਮਾਂ ਹਨ, ਉਹ ਤੇ ਮੁਲਕ ਦੀ ਗੱਲ ਏ, ਦੇਸ਼ ਦੀ ਗੱਲ ਏ। ਬਹੁਤ ਸਾਰੀਆਂ ਕੌਮਾਂ ਹਨ ਜਿਹੜੀਆਂ ਆਪਣੇ ਹੀ ਦੇਸ਼ ਵਿੱਚ ਗੁਲਾਮੀ ਦਾ ਜੀਵਨ ਜਿਉ ਰਹੀਆਂ ਨੇ। ਇਹਨਾਂ ਵੱਡੇ ਰਾਜਨੀਤਿਕ ਆਗੂਆਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਆਜ਼ਾਦੀ ਦੇਣ, ਉਹ ਵੀ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜੀ ਸਕਣ। ਗੁਰੂ ਸਾਹਿਬ ਨੇ ਸਾਨੂੰ ਬਾਣੀ ਵਿੱਚ ਪਰਮੇਸ਼ਵਰ ਦੇ ਸੰਬੰਧ ਵਿੱਚ ਜਦੋਂ ਕੋਈ ਗੱਲ ਸਮਝਾਈ ਏ ਤੇ ਉਹਨਾਂ ਨੇ ਇਹ ਗੱਲ ਆਖੀ ਏ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਜੇ ਸੱਚਮੁੱਚ ਹੀ ਸਾਡਾ ਸਭਨਾਂ ਦਾ ਪਿਤਾ ਇੱਕ ਹੈ, ਸਾਡੀ ਮਾਂ ਇੱਕ ਹੈ, ਅਸੀਂ ਇੱਕ ਪਰਮੇਸ਼ਵਰ ਦੇ ਦਿੱਤੇ ਹੋਏ ਪ੍ਰਾਣ ਇਸਤੇਮਾਲ ਕਰਦੇ ਹਾਂ, ਯਾਨੀ ਸਵਾਸ ਲੈਂਦੇ ਹਾਂ, ਤੇ ਸਾਨੂੰ ਸਭਨਾਂ ਨੂੰ ਇਹ ਆਜ਼ਾਦੀ ਵੀ ਮਿਲਣੀ ਹੀ ਚਾਹੀਦੀ ਏ। ਆਜ਼ਾਦੀ ਵਿੱਚ ਜੀਵਨ ਜਿਉਣ ਦਾ ਆਨੰਦ ਆਪਣੀ ਵੱਖਰੀ ਕਿਸਮ ਦਾ ਹੈ। ਭਾਵੇਂ ਵੱਖਰੀ ਗੱਲ ਏ, ਕਈ ਲੋਕ ਮੁਲਕਾਂ ਦੇ ਅਧੀਨ ਹੁੰਦੇ ਨੇ, ਕਈ ਮੁਲਕਾਂ ਦੇ ਅਧੀਨ ਹੁੰਦੇ ਨੇ, ਕਈ ਗਿਣਤੀ ਵਿੱਚ ਵੱਡੀਆਂ ਕੌਮਾਂ ਨੇ ਤੇ ਛੋਟੀਆਂ ਕੌਮਾਂ ਗਿਣਤੀ ਵਿੱਚ ਜਿਹੜੀਆਂ ਨੇ ਉਹ ਵੱਡੀਆਂ ਕੌਮਾਂ ਦੇ ਅਧੀਨ ਹੁੰਦੀਆਂ ਨੇ। ਕਈ ਵਾਰੀ ਆਪਾਂ ਵੇਖਦੇ ਹਾਂ ਜਿੱਥੇ ਆਪਾਂ ਕੰਮ ਕਰਦੇ ਹਾਂ ਉੱਥੇ ਵੀ ਕਈ ਵਾਰੀ ਤੁਹਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਕਈ ਵਾਰੀ ਅਸੀਂ ਵੇਖਦੇ ਹਾਂ ਕਿ ਅਸੀਂ ਆਪਣੇ ਘਰ ਵਿੱਚ ਹੀ ਗੁਲਾਮ ਹੁੰਦੇ ਹਾਂ। ਘਰ ਦੇ ਕਿਸੇ ਵੱਡੇ ਦੀ ਸਾਨੂੰ ਜੀ ਹਜ਼ੂਰੀ ਕਰਨੀ ਪੈਂਦੀ ਏ। ਸੋ ਸਾਨੂੰ ਇਹ ਸਭਨਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਹ ਆਪਣੀ ਜ਼ਿੰਦਗੀ ਦਾ ਮਾਲਕ ਆਪ ਹੋਣਾ ਚਾਹੀਦਾ ਹੈ। ਲੇਕਿਨ ਇਹਦਾ ਮਤਲਬ ਇਹ ਵੀ ਨਹੀਂ ਮੈਂ ਕਹਿ ਰਿਹਾ ਕਿ ਅਸੀਂ ਆਜ਼ਾਦੀ ਦਾ ਆਨੰਦ ਮਾਣਦੇ ਆਜ਼ਾਦੀ ਦੇ ਵਿੱਚ ਅਵਾਰਾਗਰਦੀ ਕਰਨ ਲੱਗ ਪਈਏ। ਸਾਨੂੰ ਕਿਸੇ ਡਿਸਿਪਲਿਨ ਵਿੱਚ ਵੀ ਰਹਿਣਾ ਚਾਹੀਦਾ। ਉਸ ਨੂੰ ਡਿਸਿਪਲਿਨ ਨੂੰ ਗੁਲਾਮੀ ਨਹੀਂ ਆਖਿਆ ਜਾਂਦਾ। ਕਿਸੇ ਢੰਗ ਤਰੀਕੇ ਵਿੱਚ ਜੀਵਨ ਜਿਉਣਾ ਉਹ ਇੱਕ ਮਨੁੱਖ ਦੀ ਮਰਿਆਦਾ ਹੋਣੀ ਚਾਹੀਦੀ ਹੈ। ਸੋ ਯਤਨ ਕਰੀਏ ਆਪਾਂ ਕਿ ਆਪਣੀ ਜ਼ਿੰਦਗੀ ਵਿੱਚ ਆਜ਼ਾਦੀ ਦਾ ਆਨੰਦ ਮਾਣੀਏ, ਪਰਮਾਤਮਾ ਨੂੰ ਯਾਦ ਕਰੀਏ, ਨਾਮ ਦਾ ਸਿਮਰਨ ਕਰੀਏ, ਆਪ ਸੁੱਖ ਨਾਲ ਵਸੀਏ ਤੇ ਆਪਣੇ ਆਂਢੀਆਂ ਗੁਆਂਢੀਆਂ ਨੂੰ, ਆਪਣੇ ਤੋਂ ਛੋਟਿਆਂ ਨੂੰ, ਆਪਣੇ ਤੋਂ ਕਮਜ਼ੋਰਾਂ ਨੂੰ ਗੁਲਾਮੀ ਦਾ ਅਹਿਸਾਸ ਨਾ ਕਰਵਾਈਏ, ਸਗੋਂ ਉਹਨਾਂ ਨੂੰ ਇਸ ਆਜ਼ਾਦ ਫਿਜ਼ਾ ਦੇ ਅੰਦਰ ਸਾਹ ਲੈਣ ਦਾ ਹੱਕ ਦਈਏ। ਦੂਸਰੀ ਗੱਲ, 5 ਜੁਲਾਈ ਵਾਲੇ ਦਿਨ 21 ਹਾੜ ਸੀ ਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਸੀ, ਜਿਸ ਦੀ ਆਪ ਸਾਰੀ ਸੰਗਤ ਨੂੰ ਮੁਬਾਰਕਬਾਦ ਦਿੰਦਾ ਹਾਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਨ
ਅਤੇ ਉਹਨਾਂ ਦੇ ਮਾਤਾ ਸਤਿਕਾਰਯੋਗ ਮਾਤਾ ਗੰਗਾ ਜੀ ਸਨ। ਉਹਨਾਂ ਦਾ ਪ੍ਰਕਾਸ਼ ਯਾਨੀ ਜਨਮ 5 ਜੁਲਾਈ 1595 ਈਸਵੀ ਨੂੰ ਹੋਇਆ ਸੀ ਤੇ 19 ਮਾਰਚ 1644 ਨੂੰ ਉਹ ਜੋਤੀ ਜੋਤ ਸਮਾਏ ਸਨ, ਜਿਸ ਦਾ ਮਤਲਬ ਹੈ ਕਿ ਉਹਨਾਂ ਨੇ ਤਕਰੀਬਨ 49 ਸਾਲ ਇਸ ਸੰਸਾਰ ਵਿੱਚ, ਇਸ ਧਰਤੀ ਉੱਤੇ ਬਿਤਾਏ। ਉਹਨਾਂ ਨੇ ਆਪਣੇ ਜੀਵਨ ਵਿੱਚ ਮਨੁੱਖਤਾ ਨੂੰ ਬੜੀਆਂ ਚੰਗੀਆਂ ਸੇਧਾਂ ਦਿੱਤੀਆਂ। ਉਹਨਾਂ ਨੇ ਮਨੁੱਖਤਾ ਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ। ਉਹਨਾਂ ਨੇ ਮਨੁੱਖਤਾ ਨੂੰ ਆਜ਼ਾਦੀ ਦਾ ਆਨੰਦ ਮਾਣਨ ਲਈ ਇੱਕ ਤਖਤ ਦੀ ਸਿਰਜਣਾ ਕਰਕੇ, ਜਿਸ ਨੂੰ ਅਕਾਲ ਤਖਤ ਉਹਨਾਂ ਨੇ ਆਖਿਆ, ਉਹ ਤਖਤ ਦਿੱਤਾ ਕਿ ਕੇਵਲ ਇੱਕ ਰਾਜਾ ਹੀ ਨਹੀਂ ਜਿਹੜਾ ਤੁਹਾਡੇ ਉੱਤੇ ਰਾਜ ਕਰੇ, ਤੁਸੀਂ ਹਰ ਮਨੁੱਖ ਰਾਜਾ ਹੋਣੇ ਚਾਹੀਦੇ ਹੋ। ਰਾਜਾ ਦਾ ਇੱਕ ਮਤਲਬ ਹੁੰਦਾ ਹੈ ਰੱਜਿਆ ਹੋਇਆ, ਸੰਤੁਸ਼ਟ ਆਦਮੀ। ਸੋ ਅਸੀਂ ਸੰਤੁਸ਼ਟ ਹੋਣੇ ਚਾਹੀਦੇ ਹਾਂ ਹਰ ਪਹਿਲੂ ਤੋਂ। ਅਸੀਂ ਮਾਇਆ ਪੱਖੋਂ ਸੰਤੁਸ਼ਟ ਹੋਈਏ, ਯਾਨੀ ਆਰਥਿਕ ਪੱਖੋਂ, ਰਾਜਨੀਤਿਕ ਪੱਖੋਂ ਤੇ ਆਪਣੇ ਪਰਿਵਾਰਕ ਪੱਖੋਂ, ਮਾਨਸਿਕ ਪੱਖੋਂ ਸਾਨੂੰ ਸੰਤੁਸ਼ਟ ਹੋਣਾ ਚਾਹੀਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਲਾਮੀ ਜਾਂ ਜ਼ੁਲਮ ਦੇ ਵਿਰੁੱਧ 4 ਲੜਾਈਆਂ ਵੀ ਲੜੀਆਂ, ਜਿਨ੍ਹਾਂ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਤੇ ਮਨੁੱਖ ਜਾਤੀ ਨੂੰ ਸਮਝਾਇਆ ਕਿ ਕੇਵਲ ਇਹਨਾਂ ਵੱਡੇ ਜਰਵਾਣਿਆਂ ਦੇ ਅੱਗੇ ਚੁੱਪ ਕਰਕੇ, ਅੱਖਾਂ ਬੰਦ ਕਰਕੇ ਲੰਮੇ ਪੈ ਜਾਣ ਦੇ ਨਾਲ ਤੁਹਾਡੇ ਸਿਰ ਉੱਤੋਂ ਜ਼ੁਲਮ ਦਾ ਜਿਹੜਾ ਜੂਲਾ ਹੈ ਉਤਰਨ ਵਾਲਾ ਨਹੀਂ। ਕਈ ਵਾਰੀ ਸਿਆਣੇ ਆਖਦੇ ਨੇ ਤੁਹਾਨੂੰ ਸ਼ਾਂਤੀ ਲਈ ਵੀ ਲੜਨਾ ਪੈਂਦਾ, ਭਾਵੇਂ ਸ਼ਾਂਤੀ ਦਾ ਤੇ ਲੜਾਈ ਦਾ ਆਪਸ ਵਿੱਚ ਕੋਈ ਵੀ ਰਿਸ਼ਤਾ ਨਹੀਂ, ਪਰ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਵੀ ਤੁਹਾਨੂੰ ਕਈ ਵਾਰੀ ਲੜਨਾ ਪੈਂਦਾ ਹੈ। ਸੋ ਇਹ ਗੱਲ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਮਝਾਈ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਕਿੱਥੋਂ ਤੱਕ ਸ਼ਾਂਤੀ ਰੱਖੀ, ਪਰ ਉਸ ਸ਼ਾਂਤੀ ਦਾ ਇਹਨਾਂ ਜਰਵਾਣਿਆਂ ਦੇ ਮਨਾਂ 'ਤੇ ਕੋਈ ਅਸਰ ਨਹੀਂ ਹੋਇਆ। ਇਸ ਲਈ ਹੁਣ ਸ਼ਾਂਤੀ ਨੂੰ ਕਾਇਮ ਰੱਖਣ ਲਈ ਸਾਨੂੰ ਸ਼ਸਤਰ ਫੜਨਾ ਹੋਏਗਾ। ਸੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਆਪ ਸਭ ਸੰਗਤਾਂ ਨੂੰ ਮੁਬਾਰਕ ਹੋਵੇ। ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੇ ਸ਼ਲੋਕ, ਜੋ ਬਾਬਾ ਫਰੀਦ ਜੀ ਦਾ ਸ਼ਲੋਕ ਨੰਬਰ 100 ਹੈ। ਉਹਦੇ ਵਿੱਚ ਉਹਨਾਂ ਨੇ ਆਖਿਆ ਹੈ, 3.5 ਮਣ ਦੇਹੁਰੀ ਚੱਲੈ ਪਾਣੀ ਅੰਨ। ਦੇਹੁਰੀ ਦਾ ਮਤਲਬ ਹੈ ਸਾਡਾ ਇਹ ਸਰੀਰ। ਇਹ ਪਾਣੀ ਤੇ ਅੰਨ ਦੇ ਆਸਰੇ ਚੱਲਦਾ ਹੈ। ਭਾਵੇਂ ਇਸ ਨੂੰ ਸਵਾਸਾਂ ਦੀ ਵੀ ਲੋੜ ਹੈ। ਸਵਾਸ ਸਾਨੂੰ ਕੁਦਰਤੀ ਮਿਲਦੇ ਨੇ, ਅਸੀਂ ਲਈਏ ਜਾਂ ਨਾ ਲਈਏ ਉਹਦੇ ਤੇ ਸਾਡਾ ਕੋਈ ਕੰਟਰੋਲ ਨਹੀਂ। ਸਵਾਸ ਚੱਲ ਰਹੇ ਨੇ। ਜਦੋਂ ਅਸੀਂ ਸੌਂ ਜਾਂਦੇ ਹਾਂ, ਸਵਾਸ ਉਦੋਂ ਵੀ ਚੱਲ ਰਹੇ ਹੁੰਦੇ ਨੇ, ਉਦੋਂ ਅਸੀਂ ਆਪ ਨਹੀਂ ਲੈ ਰਹੇ ਹੁੰਦੇ। ਲੇਕਿਨ ਅੰਨ ਤੇ ਪਾਣੀ, ਇਸ ਦਾ ਇੰਤਜ਼ਾਮ ਸਾਨੂੰ ਖੁਦ ਨੂੰ ਕਰਨਾ ਪੈਂਦਾ ਹੈ। ਪਾਣੀ ਘਰ ਵਿੱਚ ਹੋਵੇ, ਘੜਾ ਭਰਿਆ ਹੋਵੇ, ਉਹਦੇ 'ਚੋਂ ਪੀਣ ਲਈ ਵੀ ਸਾਨੂੰ ਉੱਠ ਕੇ ਉਦਮ ਕਰਨਾ ਪੈਂਦਾ ਹੈ, ਗਲਾਸ ਭਰਨਾ ਪੈਂਦਾ ਤੇ ਫਿਰ ਪਾਣੀ ਅਸੀਂ ਪੀਂਦੇ ਹਾਂ। ਇਸੇ ਤਰ੍ਹਾਂ ਅੰਨ ਸਾਡੇ ਘਰ ਵਿੱਚ ਭੰਡਾਰ ਭਰੇ ਪਏ ਹੋਣ, ਲੇਕਿਨ ਉੱਠ ਕੇ ਹਿੰਮਤ ਕਰਨੀ, ਰੋਟੀ ਬਣਾਉਣੀ, ਸਬਜ਼ੀ ਬਣਾਉਣੀ, ਇਹ ਸਾਨੂੰ ਸਭ ਕੁਝ ਕਰਨਾ ਪੈਂਦਾ। ਸੋ ਇਹ ਅੰਨ ਤੇ ਪਾਣੀ ਜ਼ਿੰਦਗੀ ਜਿਉਣ ਵਾਸਤੇ ਬੜੀਆਂ ਹੀ ਜ਼ਰੂਰੀ ਚੀਜ਼ਾਂ ਨੇ। ਤੇ ਫਰੀਦ ਸਾਹਿਬ ਆਖਦੇ ਨੇ, ਜਿਹੜਾ ਸਾਡਾ 3.5 ਮਣ ਦੇਹੁਰੀ, 3.5 ਮਣ ਦਾ ਜੇ ਅੱਜ ਦੇ ਸਮੇਂ 'ਚ ਅਸੀਂ ਵਜ਼ਨ ਕਰੀਏ ਤੇ 130 ਕਿਲੋ ਬਣਦਾ ਹੈ। ਪਰ ਮੈਂ ਮਹਾਨ ਕੋਸ਼ ਪੜ੍ਹ ਰਿਹਾ ਸਾਂ ਤੇ ਉਹ ਦੱਸਦੇ ਨੇ ਕਿ ਇਹ ਜਿਹੜੀ
ਕਿਲੋ ਵਾਲੀ ਜਿਹੜੀ ਮਿਣਤੀ ਏ, ਇਹ ਜਦੋਂ ਬ੍ਰਿਟਿਸ਼ ਲੋਕ ਭਾਰਤ ਵਿੱਚ ਆਏ ਨੇ ਉਦੋਂ ਪ੍ਰਚਲਿਤ ਹੋਈ ਹੈ। ਉਸ ਤੋਂ ਪਹਿਲਾਂ ਇੱਕ ਸੇਰ ਹੁੰਦਾ ਸੀ, ਤੇ ਸੇਰ ਅੱਜ ਦੇ ਕਿਲੋ ਨਾਲੋਂ ਛੋਟਾ ਹੁੰਦਾ ਸੀ। ਤੇ ਜੇ ਅਸੀਂ ਸੇਰਾਂ ਦੇ ਹਿਸਾਬ ਨਾਲ ਮਣ ਦੀ ਗਿਣਤੀ ਕਰੀਏ ਤੇ ਫਿਰ ਇਸ ਭਾਰ ਦਾ ਥੋੜਾ ਘੱਟ ਹੋ ਜਾਂਦਾ ਹੈ। ਸੋ ਇੱਥੇ ਬਾਬਾ ਫਰੀਦ ਜੀ ਭਾਰ ਦੀ ਗੱਲ ਬਿਲਕੁਲ ਨਹੀਂ ਕਰ ਰਹੇ। ਉਹ ਗੱਲ ਇਹ ਕਰ ਰਹੇ ਨੇ ਕਿ ਅਸੀਂ ਇਸ ਦੇਹੀ ਨੂੰ ਬਹੁਤ ਪਾਲਿਆ ਪੋਸਿਆ ਹੈ, ਦੇਹੀ ਤਕੜੀ ਹੈ, ਦੇਹੀ ਬਲਵਾਨ ਹੈ, ਤੇ ਇਹ ਪਾਣੀ ਤੇ ਅੰਨ ਦੇ ਸਹਾਰੇ ਚੱਲ ਰਹੀ ਹੈ। ਤੇ ਇਹਦੇ ਚੱਲਣ ਦਾ ਜਾਂ ਇਸ ਦੇਹੁਰੀ ਸਾਨੂੰ ਮਿਲਣ ਦਾ ਇੱਕ ਕਾਰਨ ਉਹਨਾਂ ਨੇ ਦੱਸਿਆ। ਆਇਓ ਬੰਦਾ ਦੁਨੀ ਵਿੱਚ ਵੱਤ ਆਸੂਣੀ ਬੰਨ। ਵੱਤ ਦਾ ਮਤਲਬ ਹੈ ਮੁੜ ਕੇ ਆਉਣਾ, ਆਸੂਣੀ ਦਾ ਮਤਲਬ ਹੈ ਆਸ। ਸੁੰਦਰ ਆਸ ਲੈ ਕੇ ਬੰਦਾ ਮੁੜ ਕੇ ਇਸ ਸੰਸਾਰ ਵਿੱਚ ਆਇਆ, ਇਹਦਾ ਮਤਲਬ ਇਹ ਹੈ। ਆਇਓ ਬੰਦਾ ਦੁਨੀ ਵਿੱਚ, ਇਹ ਅਸੀਂ ਸਾਰੇ ਲੋਕ ਜਿੰਨੇ ਇਸ ਬ੍ਰਹਿਮੰਡ ਦੇ ਇਸ ਧਰਤੀ ਉੱਤੇ ਅਸੀਂ ਜੀਵ ਰਹਿੰਦੇ ਹਾਂ, ਅਸੀਂ ਸਾਰੇ ਬੰਦੇ ਚਾਹੇ ਔਰਤ ਰੂਪ ਵਿੱਚ ਹਾਂ ਚਾਹੇ ਮਰਦ ਰੂਪ ਵਿੱਚ ਹਾਂ, ਇੱਕ ਬੜੀ ਸੋਹਣੀ ਆਸ ਲੈ ਕੇ ਇਸ ਸੰਸਾਰ ਵਿੱਚ ਆਏ ਹੋਏ ਹਾਂ। ਲੇਕਿਨ ਇਸ ਸੰਸਾਰ ਵਿੱਚ ਜਦੋਂ ਆਪਾਂ ਆਏ ਤੇ ਆ ਕੇ ਸਾਨੂੰ ਉਹ ਜਿਹੜੀ ਆਸ ਲੈ ਕੇ ਆਏ ਸਾਂ ਉਹ ਭੁੱਲ ਗਈ। ਉਹ ਭੁੱਲ ਕਿਉਂ ਗਈ? ਸਾਡੇ ਉੱਤੇ ਮਾਇਆ ਦਾ, ਮਮਤਾ ਦਾ ਪ੍ਰਭਾਵ ਪੈ ਗਿਆ। ਅਸੀਂ ਮਾਨਸਿਕ ਤੌਰ ਤੇ ਇਸ ਮਾਇਆ ਦੇ ਗੁਲਾਮ ਹੋ ਗਏ, ਇਸ ਤਰ੍ਹਾਂ ਆਖ ਸਕਦੇ ਹਾਂ ਆਪਾਂ। ਤੇ ਸਾਰੀ ਜ਼ਿੰਦਗੀ ਅਸੀਂ ਇਸ ਮਾਇਆ ਦੀ ਗੁਲਾਮੀ ਚੋਂ ਨਿਕਲ ਹੀ ਨਾ ਪਾਏ। ਤੇ ਜਿਹਦੇ ਫਿਰ ਗੁਲਾਮ ਹੋਈਏ ਉਹਦਾ ਹੁਕਮ ਮੰਨਣਾ ਪੈਂਦਾ। ਅਸੀਂ ਮਾਇਆ ਦੇ ਗੁਲਾਮ ਹੋ ਗਏ ਜਨਮ ਤੋਂ ਲੈ ਕੇ ਮਰਨ ਤੀਕ। ਤੇ ਫਿਰ ਸਾਰੀ ਜ਼ਿੰਦਗੀ ਅਸੀਂ ਮਾਇਆ ਦਾ ਹੁਕਮ ਮੰਨ ਕੇ ਚੱਲਦੇ ਰਹੇ। ਤੇ ਮਾਇਆ ਦਾ ਮਤਲਬ ਹੈ ਉਹ ਹਰ ਚੀਜ਼ ਜਿਹੜੀ ਸਾਨੂੰ ਪਰਮੇਸ਼ਵਰ ਤੋਂ ਪਰੇ ਲੈ ਜਾਂਦੀ ਹੈ। ਉਹ ਸਾਨੂੰ ਇਸ ਮੋਹ ਮਮਤਾ ਨੇ, ਇਹਨਾਂ ਸੰਸਾਰਿਕ ਬੰਧਨਾਂ ਨੇ, ਇਹਨਾਂ ਵਿਸ਼ੇ ਵਿਕਾਰਾਂ ਨੇ ਆਪਣਾ ਗੁਲਾਮ ਬਣਾ ਲਿਆ। ਤੇ ਅਸੀਂ ਜਿਹੜੀ ਆਸ ਲੈ ਕੇ ਸੰਸਾਰ ਵਿੱਚ ਆਏ ਸਾਂ, ਸਾਨੂੰ ਉਹ ਆਸ ਵਿਸਰ ਹੀ ਗਈ, ਸਾਨੂੰ ਉਸ ਦਾ ਚੇਤਾ ਹੀ ਨਾ ਰਿਹਾ। ਅੱਗੇ ਫਰੀਦ ਜੀ ਨੇ ਆਖਿਆ, ਮਲ ਕਲ ਮੌਤ ਜਾਂ ਆਵ ਸੀ। ਸਾਨੂੰ ਸੁਚੇਤ ਕੀਤਾ ਹੈ ਫਰੀਦ ਜੀ ਨੇ। ਸੁਚੇਤ ਇਸ ਲਈ ਕੀਤਾ ਹੈ ਕਿ ਜਿਹੜੀ ਆਸ ਲੈ ਕੇ ਤੂੰ ਆਇਆ ਸੈਂ ਸੰਸਾਰ ਵਿੱਚ, ਉਹ ਆਸ ਸੀ ਕਿ ਤੂੰ ਇਸ ਜੀਵਨ ਵਿੱਚ ਰੱਬ ਨੂੰ ਮਿਲ ਪਵੇਂਗਾ। ਇਹ ਆਸ ਸੀ। ਤੇ ਤੂੰ 84 ਦੇ ਬੰਧਨਾਂ ਤੋਂ ਮੁਕਤ ਹੋ ਜਾਏਗਾ, ਤੈਨੂੰ ਆਜ਼ਾਦੀ ਮਿਲ ਜਾਏਗੀ 84 ਦੇ ਬੰਧਨਾਂ ਤੋਂ। ਇਹ ਤੂੰ ਪਤਾ ਨਹੀਂ ਕਿੰਨਿਆਂ ਜਨਮਾਂ ਤੋਂ ਕੀੜਿਆਂ ਪਤੰਗਿਆਂ ਦੀਆਂ ਜੂਨੀਆਂ ਵਿੱਚ, ਪਸ਼ੂ ਪੰਛੀਆਂ ਦੀਆਂ ਜੂਨੀਆਂ ਵਿੱਚ ਆਉਂਦਿਆਂ ਆਉਂਦਿਆਂ ਤੂੰ ਇਸ ਅਵਸਥਾ ਵਿੱਚ ਪਹੁੰਚਿਆ। ਤੇ ਆਸ ਇਹੋ ਹੀ ਸੀ ਕਿ ਹੁਣ ਤੂੰ ਛੁਟਕਾਰਾ ਪਾ ਲਵੇਂਗਾ, ਪਰ ਤੈਨੂੰ ਚੇਤਾ ਹੀ ਨਾ ਰਿਹਾ ਕਿ ਮੈਂ ਕਰਨ ਕੀ ਆਇਆ ਸਾਂ ਤੇ ਮੈਂ ਕਰ ਕੀ ਰਿਹਾ। ਕਿਉਂ? ਕਿਉਂਕਿ ਤੂੰ ਮਾਇਆ ਦਾ ਗੁਲਾਮ ਹੋ ਗਿਆ। ਫਿਰ ਆਖਦੇ ਨੇ ਮਲ ਕਲ ਮੌਤ ਜਾਂ ਆਵ ਸੀ। ਮਲ ਕਲ ਜਿਹੜਾ ਸ਼ਬਦ ਹੈ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੋਇਆ ਹੈ। ਮਲਕ ਜਮਾ ਅਲ। ਮਲਕ ਦਾ ਮਤਲਬ ਹੈ ਮੌਤ ਦਾ ਫਰਿਸ਼ਤਾ, ਤੇ ਅਲ ਦਾ ਮਤਲਬ ਹੈ ਦਾ। ਅੱਗੇ ਸ਼ਬਦ ਹੈ ਮੌਤ, ਯਾਨੀ ਮੌਤ ਦਾ ਫਰਿਸ਼ਤਾ, ਜਿਸ ਨੂੰ ਆਪਾਂ ਜਮ ਆਖ ਸਕਦੇ ਹਾਂ। ਜਾਂ ਆਵ ਸੀ, ਜਦੋਂ ਉਹ ਆਏਗਾ ਸਭ ਦਰਵਾਜ਼ੇ ਭੰਨ। ਇਹ ਸਾਡੇ ਸਰੀਰ ਦੇ 10 ਦਰਵਾਜ਼ੇ ਹਨ ਜੀ। ਇੱਕ ਤੇ ਚਲੋ ਪਹਿਲਾਂ ਤੋਂ ਹੀ ਗੁਪਤ ਹੈ, ਤੇ 9 ਦਰਵਾਜ਼ੇ ਸਰੀਰ ਦੇ ਖੁੱਲੇ ਹੋਏ ਨੇ। ਵਿੱਚ ਇਹਦੇ ਜਿੰਦ ਹੈ, ਜਿਸ ਨੂੰ ਅਸੀਂ ਪ੍ਰਾਣ ਆਖਦੇ ਹਾਂ, ਜਿਸ ਨੂੰ ਅਸੀਂ ਜੀਵ ਆਖਦੇ ਹਾਂ, ਜਿਸ ਨੂੰ ਅਸੀਂ ਆਤਮਾ ਆਖਦੇ ਹਾਂ। ਤੇ ਕਈ ਵਾਰੀ ਲੋਕ ਜੀ ਪੁੱਛਦੇ ਹੁੰਦੇ ਨੇ ਵੀ ਆਤਮਾ ਵੱਸਦੀ ਕਿੱਥੇ ਹੈ ਸਰੀਰ ਵਿੱਚ, ਆਤਮਾ ਦਾ ਨਿਵਾਸ ਕਿਹੜੀ ਜਗ੍ਹਾ ਤੇ ਹੈ। ਇਹ ਗੱਲ ਸਾਨੂੰ ਬੜੀ ਸਮਝਣ ਵਾਲੀ ਹੈ। ਕੋਈ ਲੋਕ ਕਹਿੰਦੇ ਨੇ 10ਵੇਂ ਦੁਆਰ 'ਚ, ਕੋਈ ਕਹਿੰਦੇ ਨੇ ਹਿਰਦੇ 'ਚ, ਕੋਈ ਕਿਤੇ ਕੋਈ ਕਿਤੇ। ਇਸ ਤਰ੍ਹਾਂ ਬਿਲਕੁਲ ਨਹੀਂ। ਆਤਮਾ ਗੁਰੂ ਜੀ ਦੇ ਦੱਸਣ ਮੁਤਾਬਕ
ਸਾਡੇ ਰੋਮ ਰੋਮ ਵਿੱਚ ਸਮਾਈ ਹੋਈ ਹੈ। ਸਾਡੇ 10ਵੇਂ ਦੁਆਰ ਵਿੱਚ ਵੀ ਹੈ, ਸਾਡੇ 9 ਦਰਵਾਜ਼ਿਆਂ ਵਿੱਚ ਵੀ ਹੈ, ਸਾਡੇ ਹਿਰਦੇ ਵਿੱਚ ਵੀ ਹੈ, ਤੇ ਸਾਡੇ ਹਰ ਜਰਰੇ ਜਰਰੇ ਵਿੱਚ, ਸਭ ਤੋਂ ਜਿਹੜਾ ਛੋਟਾ ਐਟਮ ਹੋਏ ਸਾਡੇ ਸਰੀਰ ਦਾ, ਉਹਦੇ ਵਿੱਚ ਵੀ ਆਤਮਾ ਵਿਆਪਕ ਹੈ। ਸੋ ਆਤਮਾ ਕਿਸੇ ਇੱਕ ਜਗ੍ਹਾ ਤੇ ਟਿਕੀ ਹੋਈ ਬੈਠੀ ਹੋਈ ਨਹੀਂ ਜਿਹੜੀ ਸਾਡੇ ਸਰੀਰ ਨੂੰ ਚਲਾ ਰਹੀ ਹੈ, ਸਗੋਂ ਹਰ ਰੋਮ ਰੋਮ ਵਿੱਚ, ਜਰਰੇ ਜਰਰੇ ਵਿੱਚ ਆਤਮਾ ਮੌਜੂਦ ਹੈ। ਤੇ ਜਦੋਂ ਇਹ ਮੌਤ ਦਾ ਫਰਿਸ਼ਤਾ ਆਉਂਦਾ ਹੈ, ਉਹ ਜਿਹੜੇ ਅਸੀਂ ਦਰਵਾਜ਼ੇ ਲਗਾਏ ਹੋਏ ਨੇ ਸਰੀਰ ਨੂੰ, ਭਾਵੇਂ ਕੁਦਰਤ ਨੇ ਲਗਾਏ ਨੇ, ਅਸੀਂ ਸਾਡੇ ਉਹ ਦਰਵਾਜ਼ੇ ਜੰਮ ਵਾਸਤੇ, ਫਰਿਸ਼ਤੇ ਵਾਸਤੇ ਬੰਦ ਹਨ। ਦੁਨੀਆ ਵਿੱਚ ਕੋਈ ਇਹੋ ਜਿਹਾ ਵਿਅਕਤੀ ਨਹੀਂ ਜਿਹੜਾ ਮਰਨਾ ਚਾਹੁੰਦਾ ਹੋਵੇ। ਜੇ ਕੋਈ ਚਾਹੁੰਦਾ ਹੋਵੇ, ਉਹ ਆਤਮ ਹੱਤਿਆ ਕਰਨਾ ਚਾਹੁੰਦਾ ਹੋਵੇ, ਉਹਦੀ ਕੋਈ ਜ਼ਰੂਰ ਮਜਬੂਰੀ ਹੋਏਗੀ, ਉਹਦਾ ਕੋਈ ਜ਼ਰੂਰ ਪਾਗਲਪਨ ਹੋਏਗਾ, ਉਹਦੀ ਕੋਈ ਜ਼ਰੂਰ ਅਗਿਆਨਤਾ ਹੋਏਗੀ। ਚੰਗਾ ਭਲਾ ਬੰਦਾ ਕੋਈ ਮਰਨਾ ਨਹੀਂ ਚਾਹੁੰਦਾ। ਤੇ ਅਸੀਂ ਆਪਣੇ ਇਸ ਪੂਰੇ ਸਰੀਰ ਦੇ ਜਿਹੜੇ ਦਰਵਾਜ਼ੇ ਨੇ, ਮੌਤ ਲਈ ਹਮੇਸ਼ਾ ਲਈ ਬੰਦ ਕੀਤੇ ਹੋਏ ਨੇ। ਪਰ ਜਦੋਂ ਮੌਤ ਦਾ ਫਰਿਸ਼ਤਾ ਆਏਗਾ, ਉਹ ਇਹਨਾਂ ਸਾਰੇ ਦਰਵਾਜ਼ਿਆਂ ਨੂੰ ਤੋੜ ਕੇ ਅੰਦਰ ਚਲਾ ਜਾਏਗਾ। ਇੱਕ ਤੇ ਅਸੀਂ ਮਰਨਾ ਨਹੀਂ ਚਾਹੁੰਦੇ, ਇਸ ਬਿਨਾਂ ਤੇ ਅਸੀਂ ਸਾਰੇ ਦਰਵਾਜ਼ੇ ਬੰਦ ਕੀਤੇ ਹੋਏ ਨੇ। ਦੂਸਰਾ, ਅਸੀਂ ਕੁਝ ਹੋਰ ਦਰਵਾਜ਼ੇ ਬਾਹਰ ਮੁਖੀ ਲਗਾਏ ਹੋਏ ਨੇ। ਸਾਡੇ ਕੋਲ ਡਾਕਟਰ ਹਨ, ਸਾਡੇ ਕੋਲ ਹਸਪਤਾਲ ਹਨ, ਸਾਡੇ ਕੋਲ ਬੜੀਆਂ ਚੰਗੀਆਂ ਚੰਗੀਆਂ ਨਵੀਆਂ ਕਾਢਾਂ ਦਵਾਈ ਦੀਆਂ ਨਿਕਲੀਆਂ ਹੋਈਆਂ ਨੇ, ਉਹ ਹਨ। ਸਾਨੂੰ ਕੁਝ ਵੀ ਹੋ ਜਾਏ, ਅਸੀਂ ਸੋਚਦੇ ਹਾਂ ਅਸੀਂ ਡਾਕਟਰ ਕੋਲ ਜਾ ਕੇ ਬਚ ਜਾਵਾਂਗੇ। ਇਹ ਵੀ ਇੱਕ ਦਰਵਾਜ਼ਾ ਹੀ ਅਸੀਂ ਲਗਾਇਆ ਹੋਇਆ। ਸਾਡੇ ਕੋਲ ਬਹੁਤ ਸਾਰੀ ਮਾਇਆ ਹੈ, ਸਾਡੇ ਕੋਲ ਇੰਸ਼ੋਰੈਂਸ ਹਨ। ਅਸੀਂ ਸੋਚਦੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਮਰਨੋਂ ਬਚੇ ਰਵਾਂਗੇ। ਇਹ ਵੀ ਦਰਵਾਜ਼ੇ ਹਨ। ਅਸੀਂ ਇਹ ਵੀ ਸੋਚਦੇ ਹਾਂ ਸਾਡਾ ਵੱਡਾ ਪਰਿਵਾਰ ਹੈ, ਜਿਵੇਂ ਰਾਵਣ ਸੋਚਦਾ ਸੀ। ਉਹ ਤਾਂ ਇਹ ਸੋਚਦਾ ਸੀ ਨਾ ਕਿ ਮੈਂ ਕਾਲ ਉੱਤੇ ਜਿੱਤ ਹਾਸਲ ਕਰ ਲਈਏ, ਹੁਣ ਕਾਲ ਮੈਨੂੰ ਕਦੇ ਮਾਰ ਹੀ ਨਹੀਂ ਸਕੇਗਾ। ਪਰ ਉਹ ਰਾਜ ਜਿਹੜਾ ਸੀ, ਉਹ ਕੋਈ ਵਕਤ ਆਇਆ ਜਦੋਂ ਰਾਜ ਖੁੱਲ੍ਹ ਗਿਆ ਤੇ ਰਾਮਚੰਦਰ ਦਾ ਇੱਕ ਬਾਣ ਉਸ ਜਗ੍ਹਾ ਤੇ ਜਾ ਲੱਗਾ ਜਿੱਥੇ ਲੱਗਣ ਨਾਲ ਉਹਨੇ ਮਰਨਾ ਸੀ, ਤੇ ਉਹਦੀ ਮੌਤ ਆ ਗਈ। ਉਹ ਦਰਵਾਜ਼ਾ ਵੀ ਮੌਤ ਨੇ ਤੋੜ ਦਿੱਤਾ। ਸੋ ਫਰੀਦ ਜੀ ਆਖਦੇ ਨੇ ਕਿ ਜਿਹੜੀ ਮੌਤ ਹੈ, ਉਹਨੇ ਤੁਹਾਡੇ ਸਾਰੇ ਹੀ ਦਰਵਾਜ਼ੇ ਭੰਨ ਕੇ ਅੰਦਰ ਲੰਘ ਜਾਣਾ ਤੇ ਤੁਹਾਨੂੰ ਉਹਨੇ ਫੜ ਕੇ ਲੈ ਜਾਣਾ। ਸੋ ਇਹ ਗੱਲ ਸਮਝਾਉਂਦੇ ਨੇ ਕਿ ਮੌਤ ਆਉਣੀ ਹੈ। ਮੌਤ ਦੇ ਆਉਣ ਤੋਂ ਪਹਿਲਾਂ ਤੈਨੂੰ ਚਾਹੀਦਾ ਹੈ ਕਿ ਤੂੰ ਜਿਸ ਆਸ ਨੂੰ ਲੈ ਕੇ ਸੰਸਾਰ ਵਿੱਚ ਆਇਆ ਸੈਂ, ਤੂੰ ਉਸ ਆਸ ਨੂੰ ਪੂਰਿਆਂ ਕਰ ਲਵੇਂ। ਭਾਵ ਤੂੰ ਪ੍ਰਭੂ ਦੇ ਨਾਲ ਅਭੇਦ ਹੋ ਜਾਏ। ਜਦੋਂ ਮੌਤ ਆਏਗੀ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਜਿਨ੍ਹਾਂ ਦੇ ਨਾਲ ਬਹੁਤ ਪਿਆਰ ਸੀ, ਚਾਹੇ ਉਹ ਭਰਾ ਸਨ, ਚਾਹੇ ਉਹ ਰਿਸ਼ਤੇਦਾਰ ਸਨ, ਚਾਹੇ ਉਹ ਸੱਜਣ ਮਿੱਤਰ ਸਨ, ਦੋਸਤ ਸਨ, ਉਹਨਾਂ ਨੇ ਅੱਗੇ ਦਿੱਤਾ ਬੰਨ। ਮੌਤ ਨੇ ਬੰਨ ਕੇ ਉਹਨਾਂ ਦੇ ਵੇਖਦਿਆਂ ਹੀ ਅੱਗੇ ਲਾ ਲਿਆ। ਭਾਵ ਇਹਨਾਂ ਸਾਰਿਆਂ ਪਿਆਰਿਆਂ, ਸੱਜਣਾ, ਭਰਾਵਾਂ, ਮਾਤਾ ਪਿਤਾ, ਮਾਇਆ, ਡਾਕਟਰ, ਹਸਪੀਟਲ, ਇੰਸ਼ੋਰੈਂਸ, ਕਿਸੇ ਦੀ ਪੇਸ਼ ਨਹੀਂ ਗਈ। ਉਹਨੇ ਅੱਗੇ ਲਾਇਆ ਬੰਨ ਕੇ, ਤੇ ਇਸ ਜੀਵ ਨੂੰ ਉਹਨੇ ਤੋਰ ਲਿਆ। ਫਿਰ ਫਰੀਦ ਜੀ ਆਖਦੇ ਨੇ, ਵੇਖੋ ਬੰਦਾ ਚੱਲਿਆ 4 ਜਣਿਆਂ ਦਾ ਕੰਨ। ਪਹਿਲਾਂ ਤੇ ਕਿਸੇ ਦੀ ਇਹ ਪਰਵਾਹ ਨਹੀਂ ਸੀ ਕਰਦਾ, ਆਪਣੇ ਪੈਰਾਂ ਤੇ ਦੌੜਦਾ ਸੀ। ਤੇ ਹੁਣ ਮੌਤ ਨੇ ਜਦੋਂ ਸਾਰੇ ਦਰਵਾਜ਼ੇ ਭੰਨ ਕੇ ਇਹਦੀ ਜਿੰਦ ਨੂੰ ਅੰਦਰੋਂ ਕੱਢ ਲਿਆ, ਤੇ ਇਹ ਬੰਦਾ ਹੁਣ ਆਪ ਤੁਰਨ ਜੋਗਾ ਨਾ ਰਿਹਾ, ਤੇ 4 ਭਰਾਵਾਂ ਦੇ ਕੰਧਿਆਂ ਉੱਤੇ ਇਸ ਨੂੰ ਕਬਰਸਤਾਨ ਵੱਲੇ ਲੈ ਜਾਇਆ ਗਿਆ। ਅਖੀਰ ਵਿੱਚ ਬੜੀ ਪਤੇ ਦੀ ਗੱਲ ਫਰੀਦ ਜੀ ਨੇ ਆਖੀ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ। ਅਮਲ ਦਾ ਮਤਲਬ ਹੈ ਜਿਹੜੇ ਇੱਥੇ ਕੰਮ ਕਮਾਏ ਆਪਾਂ, ਜੋ ਵੀ ਕੁਝ ਕੀਤਾ। ਜੇ ਕੁਝ ਚੰਗਾ ਕੀਤਾ, ਅਸੀਂ ਪਿੱਛੇ ਪੜਿਆ ਸੀ, ਇਸੇ ਦਰਗਾਹ ਉਹ ਗਾਹ
ਜਿਹੜੇ ਚੰਗੇ ਕਰਮ ਨੇ ਉਹ ਤੁਹਾਡੀ ਗਵਾਹੀ ਭਰਦੇ ਨੇ, ਤੁਹਾਡੀ ਸਾਖ ਭਰਦੇ ਨੇ, ਤੁਹਾਡੇ ਉਹ ਸਾਖਸ਼ੀ ਬਣਦੇ ਨੇ। ਪਰ ਜੇ ਕੁਛ ਚੰਗਾ ਕੀਤਾ ਹੀ ਨਾ ਹੋਇਆ ਤੇ ਗਵਾਹੀ ਕਿੰਨੇ ਦੇਣੀ ਹੈ? ਅਮਲ ਜੇ ਕੀਤੇ ਦੁਨੀ ਵਿੱਚ, ਜਿਹੜੇ ਚੰਗੇ ਕਰਮ ਕਮਾਏ ਇਸ ਦੁਨੀਆ ਵਿੱਚ ਰਹਿੰਦਿਆਂ, ਦਰਗਾਹ ਆਏ ਕੰਮ। ਉਹ ਅਮਲ, ਉਹ ਚੰਗੇ ਕੰਮ ਤੇਰੇ ਕੰਮ ਵਿੱਚ ਆਏ, ਭਾਵ ਤੈਨੂੰ ਉਹਨਾਂ ਦਾ ਕੋਈ ਬੈਨੀਫਿਟ ਮਿਲਿਆ, ਉਹਨਾਂ ਦਾ ਕੋਈ ਲਾਭ ਤੈਨੂੰ ਪ੍ਰਾਪਤ ਹੋਇਆ, ਉਹਨਾਂ ਕੰਮਾਂ ਦਾ ਜਿਹੜੇ ਤੂੰ ਕੰਮ ਚੰਗੇ ਕੀਤੇ ਇਸ ਦੁਨੀਆ ਵਿੱਚ। ਸੋ ਇਸ ਸ਼ਲੋਕ ਦੀ ਰਾਹੀਂ ਬਾਬਾ ਫਰੀਦ ਸਾਹਿਬ ਸਾਨੂੰ ਜਿਹੜੇ ਬਚਨ ਸਮਝਾ ਰਹੇ ਨੇ, ਉਹਦੇ 'ਚ 2-3 ਚੀਜ਼ਾਂ ਹੀ ਮੂਲ ਰੂਪ ਵਿੱਚ ਨੇ। ਇੱਕ ਤਾਂ ਇਹ ਆ ਕਿ ਜਿਸ ਲਈ ਅਸੀਂ ਸੰਸਾਰ ਵਿੱਚ ਆਏ ਹਾਂ, ਸਾਨੂੰ ਉਹ ਕੰਮ ਕਰਨਾ ਚਾਹੀਦਾ ਹੈ, ਤੇ ਉਹ ਕੰਮ ਹੈ ਸਾਡਾ ਪਰਮਾਤਮਾ ਵਿੱਚ ਅਭੇਦ ਹੋਣਾ। ਜੇ ਅਸੀਂ ਨਾ ਹੋ ਪਾਏ ਤੇ ਫਿਰ ਸਾਨੂੰ ਮੌਤ ਦਾ ਫਰਿਸ਼ਤਾ ਫੜ ਕੇ ਲੈ ਜਾਏਗਾ, ਤੇ ਕਿਤੇ ਸਾਡੀ ਜ਼ਰੂਰ ਪੇਸ਼ੀ ਹੋਏਗੀ, ਤੇ ਫਿਰ ਸਾਡੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਸਾਨੂੰ ਅੱਗੇ ਤੋਰ ਦਿੱਤਾ ਜਾਏਗਾ। ਤੇ ਚਾਹੀਦਾ ਹੈ ਸਾਨੂੰ ਕਿ ਅਸੀਂ ਇਸ ਸਭ ਕਾਸੇ ਤੋਂ ਬਚ ਜਾਈਏ, ਤੇ ਬਚ ਸਕਾਂਗੇ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਭੂ ਦੀ ਭਗਤੀ ਕੀਤੀ, ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕੀਤਾ, ਸੇਵਾ ਕੀਤੀ, ਪਰਉਪਕਾਰ ਦੇ ਕੰਮ ਕੀਤੇ, ਚੰਗੇ ਕਰਮ ਕਮਾਏ, ਤੇ ਅਸੀਂ ਜ਼ਰੂਰ ਸੁਰਖਰੂ ਹੋ ਜਾਵਾਂਗੇ। ਤੇ ਜੇ ਅਸੀਂ ਮੰਦੇ ਕਰਮ ਕਮਾਏ ਤੇ ਮੰਦੇ ਅਮਲ ਕਰੇਂਦੇ ਹਾਂ, ਇਹ ਸਜਾਏ ਤੇ ਨਾ, ਜਿਹੜੇ ਮੰਦੇ ਕੰਮ ਕਰਦੇ ਨੇ ਭਾਈ, ਉਹਨਾਂ ਨੂੰ ਬੜੀਆਂ ਮੰਦੀਆਂ ਸਜ਼ਾਵਾਂ ਮਿਲਦੀਆਂ ਨੇ। ਉਹ ਰੱਬੀ ਦਰਗਾਹ ਵਿੱਚ ਮਿਲਦੀਆਂ ਨੇ। ਦਰਗਾਹ ਕਿਹੜੀ ਏ? ਇੱਥੇ ਸਾਨੂੰ ਦਿਸ ਰਹੀ ਏ। ਜਿਹੜੇ ਲੋਕ ਮਾੜੇ ਕੰਮ ਕਰਦੇ ਨੇ, ਸਾਰੀ ਸਾਰੀ ਜ਼ਿੰਦਗੀ ਜੇਲ੍ਹਾਂ ਵਿੱਚ ਸੜਦੇ ਨੇ। ਜਿਹੜੇ ਲੋਕ ਮੰਦੇ ਕਰਮ ਕਰਦੇ ਨੇ, ਉਹਨਾਂ ਨੂੰ ਸਰੀਰਕ ਤੌਰ ਤੇ ਬੜੇ ਕਸ਼ਟ, ਦੁੱਖ ਭੋਗਣੇ ਪੈਂਦੇ ਨੇ। ਜਿਹੜੇ ਲੋਕ ਮੰਦੇ ਕਰਮ ਕਰਦੇ ਨੇ, ਉਹ ਮਾਨਸਿਕ ਤੌਰ ਤੇ ਵੀ ਕਦੇ ਸ਼ਾਂਤ ਹੋ ਕੇ ਨਹੀਂ ਬਹਿ ਸਕਦੇ, ਉਹ ਮਾਨਸਿਕ ਤੌਰ ਤੇ ਵੀ ਦੁਖੀ ਰਹਿੰਦੇ ਨੇ। ਇਸ ਲਈ ਗੁਰਮੁਖੋ, ਸਾਨੂੰ ਚਾਹੀਦਾ ਅਸੀਂ ਕੋਈ ਚੰਗਾ ਕਰੀਏ, ਪ੍ਰਭੂ ਦੀ ਭਗਤੀ ਕਰੀਏ, ਤੇ ਆਪਣੇ ਇਸ ਮਨੁੱਖਾ ਜੀਵਨ ਨੂੰ ਸਫਲ ਬਣਾ ਲਈਏ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਅੱਜ ਦੀ ਇਸ ਵਿਚਾਰ ਨੂੰ ਸ਼ਰਵਣ ਕੀਤਾ ਹੈ। ਆਪ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕਰਦਾ ਹਾਂ। ਮੇਰੇ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।